ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। पढ़ना गुढ़ना संसार की कार है। अंदर तृष्णा विकार। हौमै विच सब पढ़ थके। दूजे पाए खुआर। पढ़ना गुढ़ना संसार की कार है। अंदर तृष्णा विकार। हौमै विच सब पढ़ थके। दूजे पाए खुआर। सो पढ़िया सो पंडित बीना। गुर शब्द करे विचार। अंदर खोज तत लहै। पाए मोख द्वार। गुण निधान हर पाया। सहज करी विचार। धन वापारी नानका। जिस गुरमुख नाम आधार। गुण निधान हर पाया। सहज करे विचार। धन वापारी नानका। जिस गुरमुख नाम आधार। वाहिगुरु जी का खालसा वाहिगुरु जी की फतेह। अति सम्मानयोग गुरु गरीब नवाज अंतरजामी सतगुरु खुशियां दे भंडारे रहमतां दे खजाने सुखां दे सागर दसां पातशाहियां दी जागदी जो धन 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 साहिब श्री गुरु ग्रंथ साहिब जी महाराज और वो पवित्र स्थान जिस बारे सतगुरु सच्चे पातशाह गुरबाणी दे विच पावन वचन करते ने। हर मंदिर हर साजिया हर वसै जिस नाल
ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਦੇ ਉੱਪਰ ਦਰਸ਼ਨ ਦਿਦਾਰੇ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ਼ਰਵਣ ਕਰਦਿਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਂਦਿਆਂ ਹੋਇਆਂ ਅਰਦਾਸਾਂ ਬੇਨਤੀਆਂ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਰਹੀ ਗੁਰਗੋਦੀ ਦਾ ਨਿੱਘ ਮਾਣ ਰਹੀ ਗੁਰੂ ਕੀ ਸਾਜੀ ਅਤੇ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹਾਂ ਅਸੀਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ ਹੈ। ਅਸੀਂ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਗੋਦੀ ਵਿੱਚ ਬੈਠੇ ਪਾਤਸ਼ਾਹ ਜੀ ਦੇ ਪਾਸੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਆਰੰਭ ਕਰੀਏ, ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਥੋੜਾ ਸਾਵਧਾਨ ਹੋ ਕਰਕੇ ਬੈਠੀਏ, ਚੌਂਕੜੀਆਂ ਮਾਰ ਕਰਕੇ, ਤੇ ਇੱਕ ਆਪਾਂ ਵਚਨ ਅਰਦਾਸ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਰੇ ਉਚਾਰਨ ਕਰੀਏ। ਸਾਰੇ ਉਚਾਰਨ ਕਰੀਏ, ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਮੈਂ ਪਹਿਲਾਂ ਬੋਲਾਂਗਾ, ਆਪ ਜੀ ਨੇ ਬਾਅਦ ਦੇ ਵਿੱਚ ਬੋਲਣਾ, ਉਸ ਤੋਂ ਬਾਅਦ ਵਿਚਾਰ ਆਰੰਭ ਕਰਾਂਗਾ। ਤੁਧ ਬਾਜ ਪਿਆਰੇ ਕੇ ਬਰਹਾ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ। ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਆਪ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ, ਤੇ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਜੋ ਦੇਸ਼ ਵਿਦੇਸ਼ ਦੇ ਵਿੱਚੋਂ ਵੀ ਲਾਈਵ ਹੋ ਕਰਕੇ ਸੰਗਤਾਂ ਲਾਈਵ ਪ੍ਰੋਗਰਾਮ ਸੁਣ ਰਹੀਆਂ ਸਨ, ਉੱਥੋਂ ਵੀ ਕੀਰਤਨ ਸਰਵਣ ਕਰ ਰਹੇ ਸੀ, ਜਿੱਥੇ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਔਰ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਕੀਰਤਨ ਸੁਣਾ ਰਹੇ ਸਨ। ਮੈਂ ਉਹਨਾਂ ਦਾ ਇੱਕ ਪਾਵਨ ਵਚਨ ਜੋ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਵਾਉਂਦੇ ਨੇ, ਹੁਣੇ ਹੁਣੇ ਉਹ ਸ਼ਬਦ ਪੜ੍ਹ ਰਹੇ ਸਨ। ਕੋਈ ਆਵਹਿ ਸੰਤੋ ਹਰ ਕਾ ਜਨ ਸੰਤੋ, ਉਹ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਮਾਰਗ ਦੀ ਗੱਲ ਕਰਦਾ ਹੈ ਜਿਸ ਮਾਰਗ ਤੇ ਚੱਲ ਕਰਕੇ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ। ਮਹਾਰਾਜ ਜੀ ਕਹਿੰਦੇ ਨੇ, ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਢੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ। ਆਪਣੇ ਮੁਖ ਦੇ ਵਿੱਚੋਂ ਕਹਿ ਲੈਣਾ ਬੜਾ ਸੁਖਾਲਾ ਹੈ, ਆਪਣੇ ਗੁਰੂ ਦੀ, ਆਪਣੇ ਇਸ਼ਟ ਦੀ ਹਰੇਕ ਕੋਈ ਵਡਿਆਈ ਕਰਦਾ ਹੈ, ਪਰ ਆਨੰਦ ਉਦੋਂ ਆਉਂਦਾ ਹੈ ਜਦੋਂ ਕੋਈ ਹੋਰ ਕੌਮ ਦਾ ਵਾਸੀ, ਹੋਰ ਧਰਮ ਦਾ ਵਾਸੀ ਜਾਂ ਹੋਰ ਦੇਸ਼ ਦਾ ਵਾਸੀ ਸਾਡੇ ਗੁਰੂ ਦੀ ਵਡਿਆਈ ਕਰੇ। ਬੜੇ ਲੇਖਕ ਨੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਉੱਪਰ ਪੁਸਤਕਾਂ ਲਿਖ ਲਿਖ ਕਰਕੇ ਭਰ ਦਿੱਤੀਆਂ, ਪਰ ਫਿਰ ਵੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੂਰਨ ਰੂਪ ਦੇ ਵਿੱਚ ਜਸ ਵਡਿਆਈ ਕਹਿ ਨਹੀਂ ਸਕੇ। ਉਹਨਾਂ ਦੇ ਵਿੱਚ ਮੁਸਲਮਾਨ ਵੀ ਨੇ, ਹਿੰਦੂ ਧਰਮ ਦੇ ਵੀਰ ਵੀ ਨੇ। ਲਾਲਾ ਦੌਲਤ ਰਾਏ ਵਰਗੇ, ਮੁਸਲਮਾਨ ਦੀ ਗੱਲ ਕਰੀਏ ਤਾਂ ਅੱਲਾ ਯਾਰ ਖਾਂ ਜੋਗੀ ਵਰਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਮੰਤਰ ਦੀਆ ਮਨ ਠਾਂਡੇ। ਅਜਿਹਾ ਮੇਰੇ ਵੱਡੇ ਭਾਗਾਂ ਵਾਲੇ ਗੁਰੂ ਨੇ ਮੰਤਰ ਦਿੱਤਾ ਹੈ ਕਿ ਸਾਡਾ ਮਨ ਉਸ ਦੇ ਨਾਲ ਟਿਕ ਜਾਵੇ। ਗੱਲ ਮਨ ਟਿਕਣ ਦੀ ਹੈ। ਜਿੰਨੀ ਦੇਰ ਤੱਕ ਮਨ ਨਹੀਂ ਟਿਕਦਾ ਉਨੀ ਦੇਰ ਤੱਕ ਪ੍ਰਾਪਤੀ ਕੋਈ ਨਹੀਂ। ਔਰ ਗੁਰੂ ਪਿਆਰਿਓ ਜਾਣਿਓ, ਸਰੀਰ ਸਾਡਾ ਹੈ, ਅਸੀਂ ਇਸ ਨੂੰ ਦੇਖ ਸਕਦੇ ਹਾਂ। ਜੇ ਕੋਈ ਸਵਾਲ ਕਰ ਦੇਵੇ ਮਨ ਕੀ ਹੈ, ਮਨ ਸਥੂਲ ਰੂਪ ਦੇ ਵਿੱਚ ਨਹੀਂ ਦਿਖੇਗਾ। ਮਨ ਕੋਈ ਹਾਰਡ ਵਸਤੂ ਨਹੀਂ ਹੈ। ਮਨ ਹੈ ਚਿੱਤ ਬਿਰਤੀ। ਇਸ ਸਰੀਰ ਦੇ ਵਿੱਚੋਂ ਨਿਕਲੇ ਹੋਏ ਦਿਮਾਗੀ ਸੰਕਲਪ, ਉਹ ਮਨ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਸ ਮਨ ਨੂੰ ਸਮਝਾਉਣਾ ਹੈ ਤਾਂ ਤੈਨੂੰ ਕੁਝ ਕਰਨਾ ਪਵੇਗਾ, ਨਹੀਂ ਤਾਂ ਇਹ ਮਨ ਜਿਹੜਾ ਹੈ ਨਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨ ਨੂੰ ਸਮਝਾਉਣ ਦੇ ਲਈ ਕੁਝ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਸਮਝਾਵਨ ਕਾਰਨ ਕਛੂਅਕ ਪੜ੍ਹੀਐ ਗਿਆਨ। ਮਨ ਨੂੰ ਸਮਝਾਉਣ ਦੇ ਲਈ ਕੁਝ ਗਿਆਨ ਹੋਣਾ, ਨੌਲੇਜ ਹੋਣੀ ਜ਼ਰੂਰੀ ਹੈ। ਔਰ ਸੱਚ ਜਾਣਿਓ, ਸਕੂਲਾਂ ਦੇ ਵਿੱਚ ਜਦੋਂ ਬੱਚੇ ਪੜ੍ਹਦੇ ਨੇ ਨਾ, ਸਮਾਂ ਹੁੰਦਾ ਹੈ ਕੋਈ ਬੱਚਾ ਜਵਾਨ ਹੋ ਗਿਆ ਤੇ ਮਾਂ-ਬਾਪ ਉਸ ਨੂੰ ਸਕੂਲ ਦੇ ਵਿੱਚ ਲਗਾਉਂਦੇ ਨੇ। ਉਹ ਸਕੂਲਾਂ ਨੇ ਲੋਗੋ ਹੀ ਇਹੋ ਜਿਹਾ ਬਣਾ ਦਿੱਤੇ ਨੇ, ਆਪਣੇ ਪਛਾਣ ਹੀ ਇਹੋ ਜਿਹੀ ਬਣਾ ਦਿੱਤੀ ਇੰਗਲਿਸ਼ ਦੇ ਵਿੱਚ, ਉੱਥੇ ਲਿਖ ਦੇਣਗੇ ਨੌਲੇਜ ਇਜ਼ ਪਾਵਰ, ਗਿਆਨ ਹੀ ਸਾਰਿਆਂ ਤੋਂ ਵੱਡੀ ਤਾਕਤ ਹੈ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਕਹਿੰਦੇ ਮੁਗਧ ਪੂਜ ਨਿਜ ਧਾਮ ਮੈਂ। ਮੁਗਧ ਕਹਿੰਦੇ ਨੇ ਮੂਰਖ ਨੂੰ। ਮੂਰਖ ਇਨਸਾਨ ਆਪਣੇ ਘਰ ਦੇ ਵਿੱਚ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ। ਕਿਉਂ? ਉਹਦਾ ਕਾਰਨ ਹੈ। ਅਗਰ ਮੂਰਖ ਨੂੰ ਘਰ ਦੇ ਵਿੱਚ ਸਤਿਕਾਰ ਨਾ ਮਿਲੇ ਤੇ ਉਹ ਘਰ ਦੇ ਭਾਂਡੇ ਤੋੜ ਦਿੰਦਾ ਹੈ, ਲੋਕਾਂ ਦੇ ਸੱਟਾਂ ਮਾਰਦਾ ਹੈ, ਆਪਣੇ ਘਰ ਨੂੰ ਬਰਬਾਦ ਕਰਦਾ ਹੈ। ਫਿਰ ਉਸ ਦਾ ਛੁਟਕਾਰਾ ਪਾਉਣ ਦੇ ਲਈ ਘਰ ਦੇ ਮਿਹਨਤੀ ਕਰ ਦਿੰਦੇ ਨੇ ਵੀ ਤੂੰ ਹੀ ਠੀਕ ਹੈ। ਮੁਗਧ ਪੂਜ ਨਿਜ ਧਾਮ ਮੈਂ, ਪ੍ਰਭੂ ਪੂਜ ਨਿਜ ਨਗਰ। ਪ੍ਰਭੂ ਕਹਿੰਦੇ ਨੇ ਸਰਪੰਚ ਪੰਚ ਨੂੰ, ਕਹਿੰਦੇ ਜਿਹੜਾ ਕਿਸੇ ਨਗਰ ਦਾ ਮੁਖੀ ਹੋਵੇ ਉਸ ਨੂੰ ਉਸ ਦੇ ਨਗਰ ਦੇ ਵਿੱਚ ਹੀ ਸਤਿਕਾਰਿਆ ਜਾਂਦਾ ਹੈ। ਫਿਰ ਕਹਿੰਦੇ ਭੂਪ ਭੂਜ ਸਭ ਦੇਸ਼ ਮੈਂ। ਰਾਜੇ ਨੂੰ ਜੋ ਸਤਿਕਾਰ ਆਪਣੇ ਦੇਸ਼ ਵਿੱਚ ਮਿਲਦਾ ਹੈ ਉਨਾ ਸਤਿਕਾਰ ਦੂਸਰੇ ਦੇਸ਼ ਵਿੱਚ ਨਹੀਂ ਮਿਲੇਗਾ। ਗੁਣੀ ਪੂਜਕ ਸਮਗਰ, ਜਿਹੜਾ ਗੁਣਵਾਨ ਹੈ ਉਹ ਸਾਰੀ ਜਗ੍ਹਾ ਪੂਜਿਆ ਜਾਂਦਾ ਹੈ। ਗੁਣਵਾਨ ਪੜ੍ਹਿਆ ਲਿਖਿਆ ਇਨਸਾਨ ਸਾਰੀ ਜਗ੍ਹਾ ਪੂਜਿਆ ਜਾਂਦਾ ਹੈ। ਨੌਲੇਜ ਤਾਕਤ ਤਾਂ ਹੈ, ਪਰ ਉਸ ਨੌਲੇਜ ਨੂੰ, ਜਿਹੜੀ ਨੌਲੇਜ ਅਸੀਂ ਸਕੂਲਾਂ ਦੇ ਵਿੱਚ ਪੜ੍ਹੀ ਸੀ, ਜਿਹੜੀ ਨੌਲੇਜ ਅਸੀਂ ਸਕੂਲਾਂ ਦੇ ਵਿੱਚ ਲਈ ਸੀ, ਉਸ ਦੇ ਨਾਲ ਕੀ ਅਸੀਂ ਸੰਪੂਰਨ ਹੋ ਗਏ ਹਾਂ? ਨਹੀਂ ਹੋਏ। ਗੁਰੂ ਪਿਆਰਿਓ, ਜੇ ਸੰਪੂਰਨ ਹੋਏ ਹੁੰਦੇ ਤੇ ਅੱਜ ਪੜ੍ਹੇ ਲਿਖੇ ਲੋਕ ਝੂਠ ਨਾ ਬੋਲਦੇ, ਪੜ੍ਹੇ ਲਿਖੇ ਲੋਕ ਠੱਗੀਆਂ ਨਾ ਮਾਰਦੇ, ਪੜ੍ਹੇ ਲਿਖੇ ਲੋਕ ਰਿਸ਼ਵਤਾਂ ਨਾ ਲੈਂਦੇ। ਜਿੰਨੀ ਉੱਚੀ ਪੜ੍ਹਾਈ ਹੈ, ਜਿੰਨੀ ਉੱਚੀ ਕੁਰਸੀ ਹੈ, ਉਨੀ ਜ਼ਿਆਦਾ ਰਿਸ਼ਵਤ ਹੈ, ਉਨਾ ਜ਼ਿਆਦਾ ਝੂਠ ਹੈ, ਉਨੀ ਜ਼ਿਆਦਾ ਠੱਗੀ ਹੈ। ਫਿਰ ਕੀ ਕਰਨਾ ਚਾਹੀਦਾ ਹੈ? ਵੀ ਸਾਨੂੰ ਪੜ੍ਹਨਾ ਨਹੀਂ ਚਾਹੀਦਾ? ਪੜ੍ਹਨਾ ਚਾਹੀਦਾ ਹੈ, ਪਰ ਉਹ ਗਿਆਨ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਦਾ ਗਿਆਨ ਹੈ। ਜਿੱਥੇ ਸਕੂਲੀ ਪੜ੍ਹਾਈ ਜ਼ਰੂਰੀ, ਉੱਥੇ ਗਿਆਨ ਦੀ ਪੜ੍ਹਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੜ੍ਹਾਈ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਵੀ ਗਏ ਸਕੂਲ। ਜਿਸ ਸਮੇਂ ਉਮਰ ਹੋਈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਜੀ ਨੇ ਸਕੂਲ ਲੈ ਗਏ ਗੋਪਾਲ ਪਾਂਧੇ ਦੇ ਕੋਲ। ਗੋਪਾਲ ਪਾਂਧੇ ਨੇ ਬਿਠਾ ਦਿੱਤਾ ਇੱਕ ਪਾਸੇ, ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜੋ ਪੜ੍ਹਾਉਂਦੇ ਨੇ ਉਹ ਲਿਖਦੇ ਨੇ। ਇੱਕ ਦੋ ਦਿਨ ਲੰਘੇ ਨੇ ਤੇ ਜਦੋਂ ਸ਼ੁਰੂਆਤ ਕਰਿਆ ਕਰਦੇ ਸਨ ਨਾ ਪੰਡਤ ਜੀ, ਓਮ ਅੱਖਰ ਤੋਂ ਸ਼ੁਰੂਆਤ ਕਰਿਆ ਕਰਦੇ ਸਨ। ਪਹਿਲੋਂ ਜਦੋਂ ਰੋਜ਼ਾਨਾ ਕਲਾਸ ਦੀ ਸ਼ੁਰੂਆਤ ਕਰਨੀ, ਓਮ ਅੱਖਰ ਤੋਂ। ਇੱਕ ਦਿਨ ਗੁਰੂ ਨਾਨਕ ਮਹਾਰਾਜ ਜੀ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਪੰਡਤ ਜੀ, ਅਧਿਆਪਕ ਜੀ, ਮੈਨੂੰ ਇਸ ਦੇ ਅਰਥ ਹੀ ਦੱਸ ਦਿਓ। ਕਹਿੰਦੇ ਤੂੰ ਇਸ ਦੇ ਅਰਥ ਕੀ ਲੈਣੇ ਆ? ਤੂੰ ਇਸ ਦੇ ਅਰਥ ਪੁੱਛ ਕੇ ਕੀ ਲੈਣਾ ਹੈ? ਤੈਨੂੰ ਹਿਸਾਬ ਕਿਤਾਬ ਮੈਂ ਪੜ੍ਹਾਉਣ ਦੇ ਲਈ ਨੀਅਤ ਕੀਤਾ ਗਿਆ ਹਾਂ, ਤੈਨੂੰ ਹਿਸਾਬ ਕਿਤਾਬ ਪੜ੍ਹਾਉਣਾ ਹੈ, ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਕਹਿੰਦੇ ਜੇ ਤੁਸੀਂ ਹਿਸਾਬ ਕਿਤਾਬ ਪੜ੍ਹਾਉਣਾ, ਲੇਖਾ ਜੋਖਾ ਹੀ ਪੜ੍ਹਾਉਣਾ, ਫਿਰ ਮੈਨੂੰ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਜਿਹੜਾ ਲੇਖਾ ਜੋਖਾ ਪੜ੍ਹਾਉਣਾ ਮੇਰੇ ਕਿਸੇ ਕੰਮ ਦਾ ਨਹੀਂ। ਕਹਿੰਦੇ ਫਿਰ ਤੂੰ ਕਿਹੋ ਜਿਹਾ ਲੇਖਾ ਜੋਖਾ ਪੜ੍ਹਨਾ ਚਾਹੁੰਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵਚਨ ਉਚਾਰਨ ਕੀਤਾ, ਕਹਿਣ ਲੱਗੇ ਜਾਲ ਮੋਹ ਮਸ ਘਸ ਕਰ ਮਤ ਕਾਗਦ ਕਰਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਕਹਿੰਦੇ ਉਹ ਲੇਖਾ ਪੜਾ ਬਾਬਾ, ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਪੜ੍ਹਾਈ ਤਾਂ ਉਹ ਕਾਮਯਾਬ ਹੈ ਨਾ, ਜਿੱਥੇ ਲੇਖੇ ਦੀ ਗੱਲ ਹੋਵੇ, ਉਹ ਪਰਮਾਤਮਾ ਆਪ ਤੇਰਾ ਲੇਖਾ ਕਰਨ ਦੇ ਲਈ ਆ ਜਾਵੇ। ਅਬੇ ਇਹ ਤਾਂ ਲੇਖੇ ਤੋਂ ਬਗੈਰ ਹੀ ਛੁਟਕਾਰਾ ਹੋ ਜਾਣਾ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਾ, ਪੜ੍ਹਿਆ ਮੂਰਖ ਆਖੀਐ ਜਿਸ ਲਭ ਲੋਭ ਹੰਕਾਰਾ।
ਹੰਕਾਰ ਵੀ ਹੈ ਉਹਨਾਂ ਨੂੰ ਪਦਵੀਆਂ ਦਾ, ਲੋਭ ਵੀ ਹੈ ਪੈਸੇ ਦਾ। ਉਹ ਸਕੂਲਾਂ ਦੀ ਪੜ੍ਹਾਈ ਬੇਕਾਰ ਗਈ। ਮੈਨੂੰ ਸਕੂਲਾਂ ਦੇ ਵਿੱਚ ਜਾਣ ਦਾ ਟਾਈਮ ਮਿਲਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ 550 ਸਾਲਾ ਗੁਰਪੁਰਬ, ਮੈਂ ਕੋਈ ਕਰੀਬ 150 ਸਕੂਲਾਂ ਦੇ ਵਿੱਚ ਜਾ ਕਰਕੇ 1 ਮਹੀਨਾ ਲਗਾਤਾਰ, ਸਾਡੀ ਟੀਮ ਚੱਲ ਰਹੀ ਸੀ, 1 ਮਹੀਨਾ ਲਗਾਤਾਰ ਜਾ ਕਰਕੇ ਸਕੂਲਾਂ ਦੇ ਵਿੱਚ ਉਹਨਾਂ ਤੋਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਬਾਰੇ ਪੁੱਛਣਾ ਕੀਤਾ। ਕਿਸੇ ਵਿਰਲੇ ਨੂੰ ਪਤਾ, ਕੋਈ ਵਿਰਲੇ ਹੀ। ਮੈਂ ਉਹਨਾਂ ਨੂੰ ਪੁੱਛਿਆ ਵੀ ਭਲਾ ਦੱਸੋ ਬੱਚਿਓ ਵੀ ਸਕੂਲ ਕਿਸ ਲਈ ਆਉਂਦੇ? ਕਹਿੰਦੇ ਪੜ੍ਹਨ ਲਈ। ਪੜ੍ਹ ਕੇ ਕੀ ਕਰੋਗੇ? ਕਹਿੰਦੇ ਕੋਈ ਨੌਕਰੀ ਕਰਾਂਗੇ। ਨੌਕਰੀ ਕਰਕੇ ਕੀ ਕਰੋਗੇ? ਪੈਸੇ ਕਮਾਵਾਂਗੇ। ਮੈਂ ਕਿਹਾ ਤੁਹਾਡੇ ਸਕੂਲ ਦੇ ਗੇਟ ਦੇ ਉੱਪਰ, ਪੰਜਾਬੀ ਸਕੂਲ ਜਿਹੜੇ ਹੁੰਦੇ ਨੇ ਨਾ, ਉਹਨਾਂ ਦੇ ਗੇਟ ਦੇ ਉੱਪਰ ਇੱਕ ਸ਼ਬਦ ਲਿਖਿਆ ਹੁੰਦਾ ਹੈ, ਸੇਵਾ ਲਈ, ਵਿਦਿਆ ਲਈ ਆਓ, ਸੇਵਾ ਲਈ ਜਾਓ। ਆਹ ਤੁਸੀਂ ਜਿਹੜੀ ਪੜ੍ਹ ਲਿਖ ਕਰਕੇ ਨੌਕਰੀ ਕਰੋਗੇ, ਪੈਸੇ ਕਮਾਓਗੇ, ਸੇਵਾ ਤਾਂ ਲੋਕੀ ਹੋਰ ਵੀ ਕਰਦੇ ਪਏ ਨੇ, ਪੈਸੇ ਤਾਂ ਲੋਕੀ ਹੋਰ ਵੀ ਕਮਾਉਂਦੇ ਪਏ ਨੇ। ਉਹ ਸੇਵਾ ਕਿਹੋ ਜਿਹੀ ਹੈ? ਉਹ ਕਿਹੜੀ ਸੇਵਾ ਕਰਨੀ ਹੈ? ਅੱਜ ਕੋਈ ਇਨਸਾਨ ਸੜਕ ਤੇ ਐਕਸੀਡੈਂਟ ਹੋ ਗਿਆ, ਪੜ੍ਹਿਆ ਲਿਖਿਆ ਕੋਲ ਦੀ ਜਾ ਰਿਹਾ, ਰੁਕਦਾ ਕੋਈ ਨਹੀਂ, ਦੇਖਦਾ ਕੋਈ ਨਹੀਂ ਉਸ ਨੂੰ। ਇਸੇ ਕਰਕੇ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ। ਆਪਾਂ ਆਸਾ ਜੀ ਦੀ ਵਾਰ ਦੇ ਵਿੱਚ ਸੁਣਿਆ ਨਾ, ਗੱਡੇ ਲੱਦੇ ਪਏ ਨੇ ਸਾਡੇ, ਪੜ੍ਹਾਈ ਸਾਡੇ ਕੋਲ ਬਹੁਤ ਹੈ, ਪਰ ਇਸ ਰਸਤੇ ਦਾ ਗਿਆਨ ਕੋਈ ਨਹੀਂ। ਔਰ ਜਿੰਨੀ ਦੇਰ ਤੱਕ ਇਸ ਰਸਤੇ ਦਾ ਗਿਆਨ ਨਹੀਂ, ਉਨੀ ਦੇਰ ਤੱਕ ਮਨ ਦੀ ਭਟਕਣਾ ਬਣੀ ਰਹੇਗੀ। ਗੱਲ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਹੁਕਮਨਾਮੇ ਦੇ ਵਿੱਚ ਵੀ ਮਨ ਦੀ ਦਰਸਾਈ ਹੈ। ਪੜ੍ਹਨਾ ਵੀ ਮਨ ਦੇ ਅੰਦਰ ਅਨੁਸਾਰ ਹੈ। ਪੜ੍ਹਾਈ ਦੀ ਗੱਲ ਦੇ ਨਾਲ ਨਾਲ ਮਨ ਦੀ ਗੱਲ ਦਰਸਾਈ ਹੈ, ਤੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਾਂ ਲੜੀਵਾਰ ਵੀ ਵਿਚਾਰ ਕਰਨੀ, ਉਹ 'ਚ ਵੀ ਮਨ ਦੀ ਗੱਲ ਹੈ। ਅੱਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਨਾ, ਸੋਰਠ ਦੀ ਵਾਰ ਦੇ ਵਿੱਚੋਂ ਹੁਕਮਨਾਮਾ ਮਿਲਿਆ, ਪ੍ਰਾਪਤ ਹੋਇਆ। ਸੋਰਠ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9ਵੇਂ ਸਥਾਨ ਤੇ ਆਉਂਦਾ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਇਸ ਪਿਆਰੇ ਰਾਗ ਦੇ ਬਾਰੇ, ਬੜਾ ਪਿਆਰਾ ਰਾਗ ਹੈ, ਪ੍ਰੇਮ ਦੇ ਨਾਲ ਰਾਗੀ ਜਨ ਗਾਇਨ ਕਰਦੇ ਨੇ। ਇਸ ਰਾਗ ਦੇ ਬਾਰੇ ਬੜਾ ਸੁੰਦਰ ਲਿਖਿਆ, ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ। ਔਰ ਇਹ ਰਾਗ ਜਿਹੜਾ ਹੈ ਨਾ, ਇਸ ਨੂੰ ਗੁਰਬਾਣੀ ਦੇ ਅਨੁਸਾਰ ਅਸੀਂ ਮੰਨੀਏ ਤੇ ਇਸ ਨੂੰ ਰਾਗਣੀ ਗਿਣਿਆ ਜਾਂਦਾ ਹੈ। ਮੇਘ ਰਾਗ ਦੀ ਇਹ ਰਾਗਣੀ ਹੈ, ਰਾਗਮਾਲਾ ਦੇ ਵਿੱਚ ਦਰਜ ਹੈ। ਉਸ ਦੇ ਵਿੱਚ ਸੋਰਠ ਨੂੰ ਰਾਗਣੀ ਕਿਹਾ ਜਾਂਦਾ ਹੈ। ਸੋਰਠ ਰਾਗ ਗੁਰਮਤਿ ਸੰਗੀਤ ਦਾ ਰਾਗ ਹੈ, ਤੇ ਜੇ ਆਪਾਂ ਭਾਰਤੀ ਸੰਗੀਤ ਦੀ ਗੱਲ ਕਰੀਏ, ਇਸ ਦੇ ਬਰਾਬਰ ਦਾ ਰਾਗ ਜਿਹੜਾ ਹੈ ਨਾ ਭਾਰਤੀ ਸੰਗੀਤ ਦੇ ਵਿੱਚ, ਉਸ ਨੂੰ ਦੇਸ਼ ਰਾਗ ਕਿਹਾ ਜਾਂਦਾ ਹੈ। ਪਰ ਸੋਰਠ ਰਾਗ ਉਸ ਤੋਂ ਉੱਤਮ ਹੈ। ਗੁਰਮਤਿ ਸੰਗੀਤ ਦੇ ਵਿੱਚ ਸੋਰਠ ਰਾਗ ਹੀ ਗਾਇਆ ਜਾਂਦਾ ਹੈ। ਸੋਰਠ ਰਾਗ ਦੀ ਵਾਰ ਦੇ ਅੰਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਔਰ ਉਹ ਵਾਰ ਉਚਾਰਨ ਕੀਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਚੌਥੇ ਪਾਤਸ਼ਾਹ ਜੀ ਦੀ ਵਾਰ ਹੈ। ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਹੋਇਆ ਕਰਦੀਆਂ ਨੇ ਨਾ, ਜਿਸ ਗੁਰੂ ਸਾਹਿਬਾਂ ਦੀਆਂ ਹੋਣ, ਉਸੇ ਅਧੀਨ ਉਹ ਵਾਰ ਦਾ ਨਾਮ ਆਉਂਦਾ ਹੈ। ਸ਼ਲੋਕ ਜੋ ਅੱਜ ਪ੍ਰਾਪਤ ਹੋਏ ਨੇ ਸਾਨੂੰ, ਅਸੀਂ ਝੋਲੀਆਂ ਅੱਡ ਕਰਕੇ ਸਵੇਰੇ ਅਰਦਾਸਾਂ ਕਰਦੇ ਹਾਂ, ਮਹਾਰਾਜ ਭਲਾ ਕਰਿਓ, ਬਖਸ਼ਿਸ਼ ਕਰਿਓ, ਰਹਿਮਤ ਕਰਿਓ। ਸਾਡੀ ਝੋਲੀ ਦੇ ਵਿੱਚ ਮੁੱਖ ਵਾਕ ਪਾਉਂਦੇ ਨੇ। ਉਹਨਾਂ ਦੇ ਵਿੱਚ ਜੋ ਸ਼ਲੋਕ ਦਰਜ ਨੇ ਨਾ ਅੱਜ, ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਜ ਨੇ। ਜਿਵੇਂ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਆਪਣੀਆਂ ਝੋਲੀਆਂ ਭਰਵਾਈਆਂ ਸਨ, ਅੱਜ ਸਾਡੀਆਂ ਝੋਲੀਆਂ ਭਰ ਰਹੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਨਾਲ ਦੀ ਨਾਲ ਵਿਚਾਰ ਕਰਾਂਗੇ, ਨਾਲ ਦੀ ਨਾਲ ਪਾਤਸ਼ਾਹ ਜੀ ਦੇ ਬਚਨ ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸ਼ਲੋਕ ਉਸ ਨੂੰ ਕਿਹਾ ਜਾਂਦਾ ਜੋ ਸਾਨੂੰ ਆਪਣੇ ਲੋਕ ਦੀ ਪ੍ਰਾਪਤੀ ਕਰਾਉਂਦਾ ਹੈ। ਇਹ ਸਾਡਾ ਲੋਕ ਨਹੀਂ ਜਿੱਥੇ ਅਸੀਂ ਬੈਠੇ ਹਾਂ। ਸਾਡਾ ਲੋਕ ਹੈ ਉਹ ਜੋ ਹਰੀ ਚਰਨਾਂ ਦੇ ਵਿੱਚ ਹੋਵੇ, ਜਿੱਥੇ ਅਸੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠੇ ਹੋਈਏ। ਬੈਠੇ ਇੱਥੇ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਂ, ਪਰ ਇਹ ਦੁਨਿਆਵੀ ਲੋਕ ਹੈ, ਇਹ ਲੋਕ ਨਹੀਂ ਸਾਡਾ। ਸਵੈ ਲੋਕ ਸਾਡਾ ਆਪਣਾ ਲੋਕ ਹੈ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਜਿੱਥੇ ਜਾ ਕਰਕੇ ਤੂੰ ਵਰਤਣਾ ਹੈ, ਉਹ ਹੈ ਸਾਡਾ ਲੋਕ ਅਸਲੀ।
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਚਨ ਉਚਾਰਨ ਕਰਦੇ ਹਨ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਕਹਿੰਦੇ ਪੜਨਾ ਗੁੜਨਾ ਕਹਿੰਦੇ ਨੇ ਵਿਚਾਰ ਨੂੰ, ਵਿਚਾਰਨਾ। ਬਸ ਇਹ ਸੰਸਾਰ ਨੇ ਵਿਹਾਰ ਹੀ ਬਣਾ ਲਿਆ ਆਪਣਾ। ਜੋ ਆਪਾਂ ਸੁਣ ਰਹੇ ਹਾਂ ਨਾ, ਮੈਂ ਜੇ ਗਲਤ ਨਾ ਹੋਵਾਂ, ਜਿਹੜੇ ਵਚਨ ਮੈਂ ਆਪ ਜੀ ਦੇ ਨਾਲ ਕਰ ਰਿਹਾ ਨਾ, ਉਹ ਮੇਰੇ ਲਈ ਵੀ ਨੇ। ਜੋ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਉਹ ਮੇਰੇ ਲਈ ਵੀ ਨੇ। ਸਾਡੇ ਵਿੱਚੋਂ ਮਾਫ ਕਰਨਾ ਗੁਰੂ ਪਿਆਰਿਓ, ਬਹੁਤ ਘੱਟ ਪ੍ਰਾਣੀ ਹੁੰਦੇ ਨੇ ਜਿਹੜੇ ਗੁਰੂ ਸਾਹਿਬਾਂ ਦੇ ਵਚਨਾਂ ਨੂੰ ਸੁਣ ਕਰਕੇ ਗੁਰੂ ਦੇ ਵਚਨਾਂ ਦੇ ਨਾਲ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇੱਕ ਵਚਨ ਕੀਤਾ ਹੈ, ਕਹਿੰਦੇ ਧੰਨ ਧੰਨ ਗੁਰ ਸਿੱਖ ਹੋਏ, ਧੰਨ ਧੰਨ ਗੁਰ ਸਿੱਖ ਭਏ। ਕਿਉਂ? ਗੁਰ ਸਿੱਖ ਹੋਏ। ਗੁਰਸਿੱਖੀ ਸੁਣੀ, ਧੰਨ ਧੰਨ ਗੁਰਸਿੱਖ ਸੁਣ, ਗੁਰਸਿੱਖ ਭਏ। ਗੁਰੂ ਦੀ ਸਿੱਖਿਆ ਨੂੰ ਸੁਣ ਕਰਕੇ ਹੀ ਗੁਰੂ ਕਾ ਸਿੱਖ ਗੁਰਸਿੱਖ ਬਣ ਸਕਦਾ ਹੈ। ਗੁਰਸਿੱਖ ਮਨ, ਗੁਰ ਸਿੱਖ ਅਲੱਗ-ਅਲੱਗ ਸ਼ਬਦ ਹੈ। ਗੁਰ ਸਿੱਖ ਮਨ, ਗੁਰੂ ਦੀ ਸਿੱਖਿਆ ਮੰਨੀ, ਗੁਰਸਿੱਖ ਮਨ ਮਾਨਿਆ ਹੈ। ਫਿਰ ਗੁਰੂ ਦੇ ਸਿੱਖ ਦਾ ਮਨ ਗੁਰੂ ਤੇ ਮੰਨਦਾ ਹੈ, ਜੇ ਗੁਰੂ ਦੀ ਸਿੱਖਿਆ ਸੁਣਦਾ ਹੈ। ਗੁਰ ਸਿੱਖ ਭਾਏ, ਇਹ ਵੀ ਇੱਥੇ ਵੀ ਅਲੱਗ ਹੈ ਸ਼ਬਦ। ਗੁਰ ਸਿੱਖ ਭਾਏ, ਭਾਏ ਕਹਿੰਦੇ ਨੇ ਪ੍ਰੇਮ ਨੂੰ। ਗੁਰੂ ਦੀ ਸਿੱਖਿਆ ਦੇ ਨਾਲ ਮਨ ਦੇ ਵਿੱਚ ਪਿਆਰ ਪੈਦਾ ਹੁੰਦਾ ਹੈ, ਪ੍ਰੀਤੀ ਪੈਦਾ ਹੁੰਦੀ ਹੈ। ਗੁਰ ਸਿੱਖ ਭਾਏ, ਗੁਰ ਸਿੱਖ ਭਾਓ ਚਾਓ ਹਿਰਦੈ। ਕਹਿੰਦੇ ਫਿਰ ਹਿਰਦੇ ਦੇ ਵਿੱਚ ਆਨੰਦ ਰੂਪੀ ਚਾਓ ਪੈਦਾ ਹੁੰਦਾ ਹੈ, ਆਨੰਦ ਰੂਪੀ ਪ੍ਰੇਮ ਪੈਦਾ ਹੁੰਦਾ ਹੈ, ਆਨੰਦ ਰੂਪੀ। ਗੁਰਸਿੱਖ ਜਾਣ, ਗੁਰੂ ਦੀ ਸਿੱਖਿਆ ਨੂੰ ਤੂੰ ਜਾਣ ਗਿਆ ਗੁਰਸਿੱਖ, ਫਿਰ ਉਸ ਗੁਰਸਿੱਖ ਨੂੰ ਜਗ ਜਾਣੇ ਹੈ, ਜਗਤ ਜਾਣਨ ਲੱਗ ਪੈਂਦਾ। ਯਾਦ ਰੱਖਿਓ, ਜਿਹੜਾ ਗੁਰੂ ਦੀ ਸਿੱਖਿਆ ਨੂੰ ਜਾਣ ਲੈਂਦਾ ਨਾ, ਉਹਨੂੰ ਜਗਤ ਜਾਣਦਾ ਹੈ। ਪਾਤਸ਼ਾਹ ਜੀ ਕਹਿੰਦੇ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਤਾਂ ਵਿਹਾਰ ਹੀ ਬਣਾ ਲਿਆ। ਲੋਕੀ ਪੜ੍ਹਦੇ ਨੇ, ਵਿਚਾਰਦੇ ਵੀ ਨੇ। ਇਹ ਪੜ੍ਹਾਈ ਦਾ ਮਤਲਬ ਕੀ ਹੈ? ਪਰ ਅੰਦਰ ਕਿਹੜੀ ਤ੍ਰਿਸ਼ਨਾ ਲੱਗੀ ਹੋਈ ਹੈ, ਮਾਇਆ ਦੀ, ਵਿਕਾਰ, ਵਿਸ਼ੇ ਵਿਕਾਰ ਪੈਦਾ ਹੁੰਦੇ ਨੇ। ਪਿਛਲੇ ਸਮੇਂ ਦੇ ਵਿੱਚ ਲੋਕ ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪੜ੍ਹੇ ਲਿਖੇ ਨਹੀਂ ਸਨ ਤੇ ਇੰਨੀਆਂ ਠੱਗੀਆਂ ਵੀ ਨਹੀਂ ਸਨ। ਹੁਣ ਅਸੀਂ ਪੜ੍ਹ ਗਏ, ਸਾਨੂੰ ਆਪਣੇ ਝੂਠ ਨੂੰ ਛੁਪਾਉਣ ਦਾ ਤਰੀਕਾ ਆਉਂਦਾ ਹੈ, ਉਹਨਾਂ ਨੂੰ ਆਉਂਦਾ ਨਹੀਂ ਸੀ, ਉਹ ਸੱਚ ਬੋਲਦੇ ਸਨ। ਸਾਨੂੰ ਝੂਠ ਨੂੰ ਛੁਪਾਉਣ ਦਾ ਤਰੀਕਾ ਵੀ ਆਉਂਦਾ, ਠੱਗੀ ਮਾਰਨ ਦਾ ਤਰੀਕਾ ਵੀ ਆਉਂਦਾ। ਠੱਗੀ ਨੂੰ ਛੁਪਾਉਣਾ ਕਿਵੇਂ? ਕਿਉਂਕਿ ਪੜ੍ਹੇ ਲਿਖੇ ਆ। ਉਹ ਲੋਕ ਪੜ੍ਹੇ ਲਿਖੇ ਨਹੀਂ ਸਨ ਤੇ ਇੰਨੀਆਂ ਠੱਗੀਆਂ ਵੀ ਨਹੀਂ ਕਰਦੇ। ਜੋ ਕੁਝ ਹੁੰਦਾ ਸੀ ਸਾਹਮਣੇ ਹੀ ਦੱਸ ਦਿੰਦੇ ਸਨ। ਬਜ਼ੁਰਗ ਬੈਠੇ ਨੇ ਮੇਰੇ, ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਤਾਂ ਵਿਕਾਰ ਵਸੇ ਹੋਏ ਨੇ, ਤੇਰੀ ਪੜ੍ਹਾਈ ਨੂੰ ਅਸੀਂ ਕੀ ਕਰਾਂਗੇ? ਪੜ੍ਹ ਕੇ ਵਿਚਾਰਿਆ ਫਾਇਦਾ ਕੋਈ ਨਹੀਂ, ਜਿੰਨੀ ਦੇਰ ਤੱਕ ਅੰਦਰ ਮਾਇਆ ਦੀ ਤ੍ਰਿਸ਼ਨਾ ਲੱਗੀ ਰਹੀ। ਹਉਮੈ ਵਿੱਚ ਸਭ ਪੜ ਥੱਕੇ, ਦੂਜਾ ਭਾਈ ਖੁਆਰ। ਜਿੰਨੀ ਪੜ੍ਹਾਈ ਉੱਚੀ ਹੋਵੇਗੀ ਨਾ, ਜਿੰਨਾ ਇਨਸਾਨ ਪੜ੍ਹਿਆ ਲਿਖਿਆ ਹੋਵੇਗਾ ਉੱਚਾ, ਚਾਹੇ ਇੱਧਰ ਦਾ ਰਸਤਾ ਵੀ ਲੈ ਲਈਏ ਗੁਰਮਤਿ ਦਾ ਵੀ, ਇੱਧਰ ਵੀ ਜੇਕਰ ਪੜ੍ਹਾਈ ਥੋੜ੍ਹੀ ਬਹੁਤੀ ਉੱਚੀ ਹੋ ਗਈ ਨਾ, ਤੇ ਹੰਕਾਰ 7ਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ। ਕਿਸੇ ਨੂੰ ਦੇਖ ਕਰਕੇ ਰਾਜੀ ਨਹੀਂ, ਕਿਸੇ ਨੂੰ ਫਤਿਹ ਬੁਲਾ ਕਰਕੇ ਰਾਜੀ ਨਹੀਂ। ਮੇਰੇ ਵਰਗਾ ਤਾਂ ਵਿਦਵਾਨ ਹੀ ਕੋਈ ਨਹੀਂ, ਮੈਂ ਕਿਹਨੂੰ ਬੁਲਾਵਾਂ? ਕਹਿੰਦੇ ਹਉਮੈ ਵਿੱਚ ਸਭ ਪੜ੍ਹ ਸਕੇ, ਹੰਕਾਰ ਦੇ ਵਿੱਚ ਹੀ ਸਭ ਪੜ੍ਹ ਕਰਕੇ ਥੱਕ ਚੁੱਕੇ ਨੇ। ਹੰਕਾਰ ਉਹਨਾਂ ਦੇ ਅੰਦਰ ਇੰਨਾ ਵਸਿਆ ਹੋਇਆ ਹੈ। ਦੂਜੇ ਭਾਏ ਖੁਆਰ, ਦੂਜੇ ਕਹਿੰਦੇ ਨੇ ਦਵੈਤ, ਭਾਏ ਪ੍ਰੀਤੀ ਨੂੰ, ਪ੍ਰੇਮ ਨੂੰ। ਦਵੈਤ ਭਾਵਦਾਂ ਦੇ ਨਾਲ ਪ੍ਰੇਮ ਪਾ ਲਿਆ। ਕਿਹੜੀ ਦਵੈਤ? ਮਾਇਆ ਦੇ ਨਾਲ। ਮਾਇਆ ਦੇ ਨਾਲ ਪ੍ਰੇਮ ਪਾ ਲਿਆ ਤੇ ਉਹ ਖੱਜਲ ਖੁਆਰ ਹੀ ਹੁੰਦੇ ਹਨ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਉਹ ਪੜਿਆ ਹੋਇਆ ਹੈ, ਉਹ ਵਿਦਵਾਨ ਹੈ। ਪੰਡਤ ਕਹਿੰਦੇ ਨੇ ਵਿਦਵਾਨ ਨੂੰ, ਉਹ ਸਮਝਦਾਰ ਹੈ ਪੰਡਤ। ਕੌਣ? ਗੁਰ ਸ਼ਬਦ ਕਰੇ ਵਿਚਾਰ, ਜੋ ਗੁਰੂ ਦੀ ਸ਼ਬਦ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਉਹ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਤੇ ਉਹਦੀ ਵਿਚਾਰ ਦੇ ਅਨੁਸਾਰ ਹੀ ਆਪਣਾ ਜੀਵਨ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਵਿਚਰਿਆ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਕਹਿੰਦੇ ਉਹਦੀ ਨਿਸ਼ਾਨੀ ਕੀ ਹੋਇਆ ਕਰਦੀ ਹੈ? ਜਿਹੜਾ ਵਿਚਾਰ ਕਰਦਾ ਹੈ ਨਾ ਆਪਣੇ ਅੰਦਰ ਦੀ, ਉਹਦੀ ਨਿਸ਼ਾਨੀ ਕੀ ਹੈ? ਅੰਦਰ ਖੋਜੈ, ਉਹ ਆਪਣੇ ਅੰਦਰ ਨੂੰ ਲੱਭਦਾ। ਆਪਾਂ ਸਾਰੇ ਬਾਹਰ ਲੱਭਦੇ ਫਿਰਦੇ ਹਾਂ, ਕੁਝ ਅਸੀਂ ਬਾਹਰ ਦੇਖਦੇ ਹਾਂ।
ਦੇਖੋ ਫਰਕ ਹੈ, ਇੱਕ ਗਰੀਬੀ ਬਾਹਰ ਦੀ ਹੋਇਆ ਕਰਦੀ ਹੈ, ਉਹ ਗਰੀਬੀ ਮਾੜੀ ਮੰਨੀ ਜਾਂਦੀ ਹੈ, ਲੋਕ ਮਾੜੀ ਮੰਨਦੇ ਨੇ ਵੀ ਗਰੀਬੀ ਹੈ। ਇੱਕ ਅੰਦਰ ਦੀ ਗਰੀਬੀ ਹੋਇਆ ਕਰਦੀ ਹੈ, ਗੁਰਮਤਿ ਦੇ ਅਨੁਸਾਰ ਉਹ ਵਧੀਆ ਮੰਨੀ ਜਾਂਦੀ ਹੈ। ਅੰਦਰ ਦੀ ਗਰੀਬੀ, ਅੰਦਰ ਖੋਜੈ, ਅੰਦਰ ਨੂੰ ਲੱਭੇ ਤਤ ਲਹੈ। ਕਹਿੰਦੇ ਸਿਧਾਂਤ ਨੂੰ ਪ੍ਰਾਪਤ ਕਰ ਲੈਂਦਾ ਹੈ, ਅੰਦਰ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਪਾਏ ਮੋਖ ਦੁਆਰ, ਮੁਕਤੀ ਦੇ ਦਰਵਾਜ਼ੇ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਪਾਤਸ਼ਾਹ ਜੀ ਕਹਿੰਦੇ ਫਿਰ ਮਿਲਦਾ ਕੀ ਹੈ? ਕਹਿੰਦੇ ਗੁਣ ਨਿਧਾਨ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਗੁਣਾਂ ਦਾ ਖਜ਼ਾਨਾ ਉਹ ਪਰਮੇਸ਼ਰ ਪ੍ਰਾਪਤ ਕਰ ਲਿਆ, ਸਹਿਜ ਕਰੇ ਵਿਚਾਰ। ਕਹਿੰਦੇ ਫਿਰ ਸਹਿਜ ਦੇ ਨਾਲ, ਸ਼ਾਂਤੀ ਦੇ ਨਾਲ ਉਸ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਅਸੀਂ ਹੈ ਤਾਂ ਸਾਰੇ ਵਪਾਰੀ ਨਾ, ਇਸ ਸੰਸਾਰ ਦੇ ਵਿੱਚ ਵਪਾਰ ਕਰਨ ਆਏ ਹਾਂ। ਚਾਹੇ ਘਰ ਦੇ ਕੰਮ ਬੀਬੀਆਂ ਕਰਦੀਆਂ ਹੁਣ, ਮੇਰੀਆਂ ਭੈਣਾਂ ਕਰਦੀਆਂ ਹੁਣ, ਚਾਹੇ ਬਾਹਰਲੇ ਕੰਮ ਅਸੀਂ ਗੁਰਮੁਖ ਪਿਆਰੇ ਮੇਰੇ ਵੀਰ ਕਰਦੇ ਹੁਣ, ਕਰਦੇ ਅਸੀਂ ਵਪਾਰ ਹੈ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸਮਾਲ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਵਪਾਰੀ ਹੈ ਇੱਕ, ਤੇ ਵਪਾਰ ਕੀ ਕਰ, ਆਗੇ ਕੋ ਕੁਛ ਤੁਲਹਾ ਬਾਂਧੋ, ਕਿਆ ਪ੍ਰਵਾਸਾ ਧਨ ਕਾ। ਧਨ ਦਾ ਕੀ ਭਰੋਸਾ ਹੈ, ਇਹ ਤਾਂ ਛੱਡ ਜਾਵੇਗਾ। ਆਗੇ ਕੋ ਕੁਛ ਤੁਲਹਾ ਬਾਂਧੋ, ਧਨ ਵਪਾਰੀ ਨਾਨਕਾ। ਕਹਿੰਦੇ ਉਹ ਵਪਾਰੀ ਧਨਤਾ ਦੇ ਯੋਗ ਨੇ। ਕੌਣ? ਗੁਰਮੁਖ ਨਾਮ ਆਧਾਰ, ਜਿਸ ਗੁਰਮੁਖ ਜਿਨ੍ਹਾਂ ਨੂੰ ਗੁਰੂ ਦੇ ਮੁਖ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਨਾਮ ਦਾ ਆਸਰਾ ਹੈ, ਜਿਹੜਾ ਉਹ ਆਸਰਾ ਬਣਾ ਲੈਂਦੇ ਨੇ ਨਾ, ਉਹ ਵਪਾਰੀ ਇਸ ਸੰਸਾਰ ਦੇ ਵਿੱਚ ਧਨਤਾ ਦੇ ਯੋਗ ਨੇ। ਮਹਲਾ ਤੀਜਾ, ਵਿਣ ਮਨ ਮਾਰੇ ਕੋਏ ਨਾ ਸਿਜਈ, ਵੇਖੋ ਕੋ ਲਿਵ ਲਾਏ। ਹੁਣ ਦੇਖਣ ਵਾਲੀ ਗੱਲ ਹੈ, ਜਪਜੀ ਸਾਹਿਬ ਸਾਰਿਆਂ ਨੇ ਪੜ੍ਹਿਆ ਸਵੇਰੇ। ਜਪਜੀ ਸਾਹਿਬ ਦੇ ਬਚਨ ਵਿੱਚ ਆਉਂਦਾ ਹੈ, ਇਸ ਜਗਤ ਨੂੰ, ਸੰਸਾਰ ਨੂੰ ਜਿੱਤਣਾ ਹੋਵੇ ਤਾਂ ਬੜਾ ਮੁਸ਼ਕਲ ਹੈ, ਕੋਈ ਨਹੀਂ ਜਿੱਤ ਸਕਿਆ ਅੱਜ ਤੱਕ। ਸਿਕੰਦਰ ਵਰਗੇ ਚਲੇ ਗਏ ਸੰਸਾਰ ਨੂੰ ਜਿੱਤਦੇ ਆ। ਪਾਤਸ਼ਾਹ ਜੀ ਕਹਿੰਦੇ ਮਨ ਜੀਤੈ ਜਗ ਜੀਤ। ਮੈਂ ਸਾਰਾ ਸ਼ਬਦ ਨਾ ਬੋਲਾਂ, ਸਮੇਂ ਦੇ ਅਨੁਸਾਰ ਰਹੀਏ। ਮਨ ਜੀਤੇ ਜਗ ਜੀਤ। ਜਗਤ ਨੂੰ ਜਿੱਤਣਾ ਬੜਾ ਔਖਾ ਹੈ, ਤੇ ਮਨ ਨੂੰ ਜਿੱਤਣਾ ਵੀ ਬੜਾ ਔਖਾ ਹੈ। ਜੇ ਜਗਤ ਨਹੀਂ ਜਿੱਤਿਆ ਜਾ ਸਕਦਾ ਤੇ ਮਨ ਵੀ ਨਹੀਂ ਜਿੱਤਿਆ ਜਾ ਸਕਦਾ। ਸੱਚ ਜਾਣੀ, ਜੇ ਮਨ ਨੂੰ ਜਿੱਤ ਲਵੇਂਗਾ ਤਾਂ ਜਗਤ ਜਿੱਤ ਲਵੇਂਗਾ। ਗੱਲ ਦੋਨੋਂ ਪਾਸੇ। ਜੇ ਮਨ ਨੂੰ ਜਿੱਤ ਲਿਆ ਤੇ ਜਗਤ ਜਿੱਤ ਲਿਆ, ਜੇ ਜਗਤ ਨੂੰ ਜਿੱਤਣ ਤੁਰਿਆ ਤੇ ਤੇਰੇ ਕੋਲ ਆਪਣਾ ਮਨ ਵੀ ਨਹੀਂ ਜਿੱਤਿਆ ਜਾਣਾ। ਜਗਤ ਨੂੰ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਬਿਨ ਮਨ ਮਾਰੇ ਕੋਈ ਨਾ ਸਿੱਝਈ। ਆਪਣੇ ਮਨ ਨੂੰ ਮਾਰਿਆਂ ਬਗੈਰ ਕਿਸੇ ਨੂੰ ਕੋਈ ਸੋਝੀ ਨਹੀਂ ਆਇਆ ਕਰਦੀ। ਵੇਖੋ ਕੋ ਲਿਵ ਲਾਏ, ਕੋਈ ਲਿਵ ਲਾ ਕਰਕੇ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕਰਕੇ ਦੇਖਣਾ ਤਾਂ ਕਰੋ। ਜਿੰਨੀ ਦੇਰ ਤੱਕ ਇਹ ਮਨ ਨਹੀਂ ਨਾ ਮਾਰਿਆ। ਮੈਂ ਜਾਣਿਓ ਮਨ ਮਰ ਗਿਓ, ਇਹ ਤੋਂ ਮਰਿਓ ਨਾਹੇ, ਕੁਸੰਗਤ ਬਰਖਾ ਪੈਣ ਤੇ ਬਹੁਰ ਹਰਿਓ ਹੋ ਜਾਏ। ਕਹਿੰਦੇ ਮੈਂ ਤਾਂ ਸੋਚਿਆ ਸੀ ਮਨ ਮਾਰ ਲਿਆ, ਇਹ ਮਨ ਮਰਿਆ ਨਹੀਂ। ਕੁਸੰਗਤ ਦੀ ਬਰਖਾ ਪੈ ਗਈ ਨਾ, ਕੁਸੰਗਤ ਹੋ ਗਈ ਤੇ ਫਿਰ ਦੁਬਾਰਾ ਹਰਿਆ ਹੋ ਜਾਂਦਾ ਹੈ। ਕਿਸੇ ਪੰਡਤ ਨੇ ਡੱਡੀਆਂ ਨੂੰ ਸੁਕਾ ਕਰਕੇ ਨਾ ਤੇ ਉਹਦਾ ਚੂਰਾ ਬਣਾ ਕਰਕੇ ਰੱਖਿਆ ਸੀ, ਤੇ ਜਦੋਂ ਬਰਸਾਤ ਆਈ ਉਹਦੇ ਵਿੱਚੋਂ ਹੋਰ ਡੱਡੀਆਂ ਨਿਕਲ ਆਈਆਂ। ਉਸੇ ਤਰ੍ਹਾਂ ਕੁਸੰਗਤ ਦੀ ਜਦੋਂ ਬਰਖਾ ਪੈਂਦੀ ਹੈ ਨਾ, ਤਾਂ ਅੰਦਰ ਜਿਹੜੇ ਵਿਕਾਰ ਨੇ ਨਾ ਸਾਡੇ, ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਕੋਈ ਲਿਵ ਲਾ ਕਰਕੇ ਤਾਂ ਦੇਖਣਾ ਕਰੋ। ਭੇਖ ਧਾਰੀ ਤੀਰਥੀ ਭਵ ਥੱਕੇ, ਨਾ ਇਹੋ ਮਨ ਮਾਰਿਆ ਜਾਏ। ਮਨ ਨੂੰ ਮਾਰਨ ਦੀ ਕੋਸ਼ਿਸ਼ ਤਾਂ ਬੜੇ ਕਰਦੇ ਨੇ। ਕਿਸੇ ਨੇ ਭੇਖ ਧਾਰਨ ਕਰ ਲਿਆ, ਚੋਲਾ ਪਹਿਨ ਲਿਆ, ਭਸਮ ਲਗਾ ਲਈ ਸਰੀਰ ਤੇ, ਕੋਈ ਭਗਵੇਂ ਪਾ ਲਏ, ਪਰ ਕਹਿੰਦੇ ਫੇਰ ਵੀ ਨਹੀਂ, ਮਨ ਮਰਿਆ ਨਹੀਂ। ਤੀਰਥੀ ਜਾਣ ਲੱਗੇ, ਤੀਰਥਾਂ ਤੇ ਜਾ ਕਰਕੇ ਵੀ ਮਨ ਮੰਨਿਆ ਨਹੀਂ, ਪਰ ਹੋਰ ਹੰਕਾਰ ਹੋ ਗਿਆ, ਇੰਨੇ ਤੀਰਥਾਂ ਤੇ ਜਾ ਆਇਆ ਮੈਂ। ਗਿਣਤੀ ਕਰਦੇ ਆ ਨਾ ਅਸੀਂ ਵੀ, ਇੰਨੇ ਗੁਰੂ ਘਰ ਜਾ ਕਰਕੇ ਆਏ ਆ। ਕਹਿੰਦੇ ਭਵ ਥੱਕੇ, ਭੌਂਦਿਆਂ ਭੌਂਦਿਆਂ, ਘੁੰਮਦਿਆਂ ਘੁੰਮਦਿਆਂ ਥੱਕ ਗਏ, ਇਹੋ ਮਨ ਮਾਰਿਆ ਨਾ ਜਾਏ। ਇਹ ਮਨ ਮਾਰਿਆ ਨਹੀਂ ਜਾ ਸਕਦਾ। ਗੁਰਮੁਖ ਇਹੋ ਮਨ ਜੀਵਤ ਮਰੈ, ਸੱਚ ਰਹਿ ਲਿਵ ਲਾਏ। ਤੀਰਥਾਂ ਤੇ ਮਨ ਨਹੀਂ ਮਰੇਗਾ, ਪਰ ਇੱਕ ਜਗ੍ਹਾ ਇਹ ਮਨ ਮਰ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਇਹੋ ਮਨ ਜੀਵਤ ਮਰੈ। ਕਹਿੰਦੇ ਗੁਰੂ ਦੇ ਮੁਖ ਵੱਲ ਤੋਂ ਵਚਨ ਨਿਕਲੇ ਹੋਏ, ਉਹਨਾਂ ਦਾ ਧਿਆਨ ਕਰ, ਉਹਨਾਂ ਨੂੰ ਅੰਦਰ ਵਸਾ, ਤੇ ਤੂੰ ਆਪ ਗੁਰਮੁਖ ਬਣ। ਤੇਰਾ ਇਹ ਮਨ ਜਿਹੜਾ ਜੀਵਦਿਆਂ ਹੋਇਆਂ ਹੀ ਮਰ ਜਾਵੇਗਾ। ਸੱਚ ਰਹੇ ਲਿਵ ਲਾਏ। ਕਦੋਂ? ਜਦੋਂ ਸੱਚੇ ਨਾਮ ਦੇ ਨਾਲ ਆਪਣੀ ਲਿਵ ਜੋੜ ਜਾਵੇਗਾ।
ਗੁਰੂ ਪਿਆਰਿਓ, ਨਾਮ ਦੇ ਨਾਲ ਲਿਵ ਜੋੜਨੀ ਤਾਂ ਬੜੀ ਔਖੀ ਐ। ਅਸੀਂ ਤਾਂ ਸੱਚ ਹੀ ਨਹੀਂ ਬੋਲਦੇ, ਸਾਡੇ ਕਾਰੋਬਾਰ ਹੀ ਨਹੀਂ ਚੱਲਦੇ ਸੱਚ ਤੋਂ ਬਿਨਾਂ। ਕੀ ਕਰੀਏ, ਝੂਠ ਬੋਲਣਾ ਪੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿ ਦਿੰਦੇ ਆ, ਸੱਚਾ ਨਾਮ ਜਿਹੜਾ ਹੈ ਉਨੀ ਦੇਰ ਤੱਕ ਲਿਵ ਨਹੀਂ ਜੁੜ ਸਕਦੀ ਸੱਚੇ ਨਾਮ ਦੇ ਨਾਲ, ਜਿੰਨੀ ਦੇਰ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਆਪਣਾ ਆਧਾਰ ਨਾ ਬਣਾਵਾਂਗੇ, ਆਸਰਾ ਨਾ ਬਣਾਵਾਂਗੇ। ਸੋ ਸੱਚ, ਪਾਤਸ਼ਾਹ ਜੀ ਕਹਿੰਦੇ ਸੱਚ ਰਹੇ ਲਿਵ ਲਾਇ। ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਲਿਵ ਜੋੜੀ ਹੋਈ ਆ, ਉਹਨਾਂ ਦਾ ਮਨ ਮਾਰਿਆ ਗਿਆ ਹੈ ਜੀ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ। ਮਨ ਮੈਲਾ ਸਭ ਕੁਝ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਇਸ ਮਨ ਕੀ ਮਲ ਇਉਂ ਉਤਰੇ। ਇਸ ਮਨ ਦੀ ਮੈਲ ਇਵੇਂ ਉਤਰਦੀ ਹੈ, ਕਿਵੇਂ? ਹਉਮੈ ਸ਼ਬਦ ਜਲਾਏ। ਹੰਕਾਰ ਜਿਹੜੀ ਮਨ ਦੇ ਮੈਲ ਚੜੀ ਹੋਈ ਆ ਨਾ, ਉਹਨੂੰ ਵੀ ਸ਼ਬਦ ਸਾੜ ਕਰਕੇ ਸਵਾਹ ਕਰ ਦਿੰਦਾ ਹੈ ਗੁਰੂ ਦਾ ਸ਼ਬਦ। ਗੁਰੂ ਦੇ ਹੁਕਮ ਦੇ ਉੱਪਰ ਚੱਲੀਏ ਨਾ, ਗੁਰੂ ਦੇ ਸ਼ਬਦ ਦੇ ਅਨੁਸਾਰ ਚੱਲੀਏ, ਹੰਕਾਰ ਨੂੰ ਵੀ ਸਾੜ ਕਰਕੇ ਸਵਾਹ ਕਰ ਦਿੰਦਾ ਹੈ ਜੀ। ਪੌੜੀ ਪੌੜੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹਰ ਹਰ ਸੰਤ ਮਿਲਹੁ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ। ਹਰ ਭਾਵ ਹਰੇਕ ਇਨਸਾਨ, ਹਰ ਜੋ ਸਾਰਿਆਂ ਦੁੱਖਾਂ ਦਾ ਹਰਨ ਵਾਲਾ ਉਹ ਪਰਮੇਸ਼ਰ ਹੈ। ਹਰ ਦੇ ਵਿੱਚ ਉਹ ਵਸਦਾ, ਸਾਰਿਆਂ ਦੇ ਵਿੱਚ ਵਸਦਾ ਹੈ। ਹਰ ਹਰ ਸੰਤ ਮਿਲੋ ਮੇਰੇ ਭਾਈ ਹੈ। ਮੇਰੇ ਭਾਈ ਸੰਤ ਜਨੋ ਮਿਲਣਾ ਕਰੋ, ਸੰਤਾਂ ਦੀ ਸੰਗਤ ਕਰੀਏ। ਉੱਥੇ ਕੀ ਕਰੀਏ? ਹਰ ਨਾਮ ਦ੍ਰਿੜਾਵੋ ਇੱਕ ਕਿਨਕਾ। ਕਿਨਕੇ ਮਾਤਰ ਵੀ ਨਾਮ ਜਿਹੜਾ ਪਰਮੇਸ਼ਰ ਦਾ ਉਹ ਆਪਣੇ ਹਿਰਦੇ ਵਿੱਚ ਦ੍ਰਿੜ ਪੱਕਾ ਕਰ ਲਈਏ ਜੀ। ਹਰ ਹਰ ਸਿਗਾਰ ਬਨਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ। ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਸ਼ਿੰਗਾਰ ਲਗਾਉਂਦੀ ਹੈ। 16 ਸ਼ਿੰਗਾਰ ਗਿਣੇ ਗਏ ਨੇ। ਹੁਣ ਮੈਂ ਨਾ ਉਧਰ ਜਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਵੀ ਇਸਤਰੀ ਰੂਪ ਹਾਂ ਨਾ ਉਸ ਪਰਮੇਸ਼ਰ ਦੀ। ਠਾਕੁਰ ਏਕ ਸਵਾਈ ਨਾਰ। ਅਸੀਂ ਸ਼ਿੰਗਾਰ ਕਾਹਦਾ ਕਰਨਾ ਹੈ? ਹਰ ਹਰ ਸ਼ਿੰਗਾਰ ਬਨਾਵੋ ਹਰ ਹਰ ਜਨ। ਉਸ ਪਰਮੇਸ਼ਰ ਦੇ ਨਾਮ ਦਾ ਹੀ ਸ਼ਿੰਗਾਰ ਬਣਾਉਣਾ ਕਰੀਏ। ਉਸ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਬਣਾ ਕਰਕੇ ਹਰ ਕਾਪੜ ਪਹਿਰੋ ਖਿਮਕਾ। ਖਿਮਾ ਦਾ ਕੱਪੜਾ ਸਰੀਰ ਦੇ ਉੱਪਰ ਪਹਿਨਣਾ ਕਰੀਏ। ਜੇ ਕੋਈ ਇਨਸਾਨ ਗਲਤੀ ਵੀ ਕਰ ਲੈਂਦਾ ਹੈ ਨਾ, ਉਸ ਨੂੰ ਖਿਮਾ ਕਰ ਦਿਆ ਕਰੀਏ, ਦਇਆ ਕਰੀਏ। ਧੌਲ ਧਰਮ ਦਇਆ ਕਾ ਪੂਤ। ਧਰਮ ਤਾਂ ਹੀ ਹੋਵਾਂਗੇ ਧਰਮੀ ਅਸੀਂ ਜੇ ਦਇਆ ਸਾਡੇ ਵਿੱਚ ਹੋਵੇਗੀ। ਖਿਮਾ ਦਾ ਕੱਪੜਾ ਪਹਿਨਣਾ ਕਰੀਏ ਜੀ। ਐਸਾ ਸਿਗਾਰ ਮੇਰੀ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮ ਕਾ। ਕਹਿੰਦੇ ਇਹੋ ਜਿਹਾ ਸ਼ਿੰਗਾਰ ਜਿਹੜਾ ਹੈ, ਖਿਮਾ ਦਾ ਕੱਪੜਾ ਪਹਿਨਣਾ ਤੇ ਉਹ ਨਾਮ ਦਾ ਸ਼ਿੰਗਾਰ ਕਰਨਾ, ਉਸ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਹਰ ਲਾਗੇ ਪਿਆਰਾ ਪ੍ਰੇਮ ਕਾ। ਉਹ ਪਿਆਰਾ ਪਰਮੇਸ਼ਰ ਦਾ ਪ੍ਰੇਮੀ ਲੱਗਿਆ ਕਰਦਾ ਹੈ ਜੀ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲਕਾ। ਹਰ ਹਰ ਨਾਮ ਬੋਲੋ ਦਿਨ ਰਾਤੀ। ਉਸ ਪਰਮੇਸ਼ਰ ਦਾ ਨਾਮ ਦਿਨ ਰਾਤ ਬੋਲਣਾ ਕਰੋ। ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਹਰ ਹਰ ਨਾਮ ਬੋਲੋ ਦਿਨ ਰਾਤੀ। ਰਾਤ ਦਿਨ ਉਸ ਪਰਮੇਸ਼ਰ ਦਾ ਨਾਮ ਲੈਂਦੇ ਰਹੀਏ। ਫਿਰ ਕੀ ਪ੍ਰਾਪਤ ਹੋਵੇਗਾ? ਸੌਦਾ ਕਰ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਨਾ, ਵਪਾਰ ਕਰਨਾ ਹੈ ਅਸੀਂ। ਪਾਤਸ਼ਾਹ ਜੀ ਕਹਿੰਦੇ ਸਭ ਕਿਲ ਵਿਖ ਕਾਟੇ ਇੱਕ ਪਲਕ। ਇੱਕ ਪਲਕ ਦੇ ਵਿੱਚ ਹੀ ਸਾਰੇ ਕੀਤੇ ਹੋਏ ਪਾਪ ਜਿਹੜੇ ਨੇ ਤੇਰੇ ਗੁਰੂ ਕੇ ਸਿੱਖਾ ਕੱਟ ਦੇਵੇਗਾ। ਉਹ ਪਰਮੇਸ਼ਰ ਇੰਨਾ ਦਿਆਲੂ ਹੈ। ਉਹ ਇੱਕ ਖਿੰਨ ਦੇ ਵਿੱਚ ਉਸ ਦਾ ਨਾਮ ਤਾਂ ਲੈਣਾ ਕਰ, ਰਾਤ ਦਿਨ ਉਸ ਦਾ ਨਾਮ ਜਪਿਆ ਕਰ, ਸਾਰੇ ਪਾਪ ਨਾਸ਼ ਹੋ ਜਾਵਣਗੇ। ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨ ਕਾ। ਕਹਿੰਦੇ ਜਿਹਦੇ ਉੱਪਰ ਉਹ ਪਰਮੇਸ਼ਰ ਦਿਆਲੂ ਹੋ ਜਾਵੇ, ਦਇਆ ਕਰ ਜਾਵੇ, ਤੇ ਉਹ ਇਨਸਾਨ ਗੁਰਮੁਖ ਹੋ ਜਾਇਆ ਕਰਦਾ ਹੈ। ਗੁਰਮੁਖ ਉਸ ਨੂੰ ਕਹਿੰਦੇ ਨੇ ਗੁਰੂ ਦੇ ਮੁਖ ਦੇ ਵਿੱਚੋਂ ਸੁਣਿਆ ਹੋਇਆ ਵਚਨ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਕਹਿੰਦੇ ਇਹੋ ਜਿਹਾ ਗੁਰਮੁਖ ਜਿਹੜਾ ਹੋਇਆ ਕਰਦਾ ਨਾ, ਇਹ ਜੀਵਨ ਰੂਪੀ ਬਾਜੀ ਜਿਣਕਾ ਕਹਿੰਦੇ ਨੇ ਜਿੱਤ ਕੇ ਜਾਂਦਾ ਹੈ। ਉਹ ਜਿੱਤਦਾ ਹੈ ਜੀਵਨ ਦੀ ਬਾਜੀ, ਜਿਹੜਾ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕਰਕੇ ਕਮਾਈ ਵੀ ਉਹੋ ਜਿਹੀ ਕਰਦਾ ਹੈ। ਤੇ ਹੁਣ ਆਪਾਂ ਗੁਰੂ ਪਿਆਰਿਓ, ਇਹ ਤਾਂ ਸੀ ਹੁਕਮਨਾਮੇ ਦੀ ਵਿਚਾਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤਾ। ਆਨੰਦ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਮੈਂ ਥੋੜੀ ਜੀ ਗੱਲ ਕਰਕੇ ਅੱਗੇ ਸ਼ੁਰੂ ਕਰਾਂਗਾ। ਆਨੰਦ ਸ਼ਬਦ ਖੁਸ਼ੀ ਦਾ ਪ੍ਰਤੀਕ ਹੈ, ਔਰ ਇਸ ਬਾਣੀ ਦੇ ਵਿੱਚ 3 ਰੂਪ ਦੇ ਵਿੱਚ ਆਨੰਦ ਸ਼ਬਦ ਆਇਆ ਹੈ, 3 ਪੌੜੀਆਂ ਦੇ ਵਿੱਚ ਆਇਆ ਹੈ।
ਪਹਿਲੀ ਪੌੜੀ ਦੇ ਵਿੱਚ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ। ਫਿਰ ਆਖਰ ਦੇ ਵਿੱਚ ਆਨੰਦ ਕਰੋ, ਆਨੰਦ ਕਰੋ ਪਿਆਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਜੋ 3 ਵਾਰੀ 3 ਪੌੜੀਆਂ ਦੇ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ, ਤੇ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰਨ ਕੀਤਾ। ਇਹ ਸ਼ਬਦ ਜੋ ਇਤਿਹਾਸ ਦੇ ਵਿੱਚ ਗਵਾਹੀ ਭਰ ਗਿਆ। 5 ਸਾਲ ਬਾਅਦ ਪਟਨਾ ਸਾਹਿਬ ਦੀ ਧਰਤੀ ਤੋਂ ਗੋਬਿੰਦ ਰਾਏ ਬਾਲ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਆਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਹੈ, ਉਸ ਨੂੰ ਜ਼ਮੀਨ ਖਰੀਦ ਕਰਕੇ ਮਾਖੋਵਾਲ ਪਿੰਡ ਖਰੀਦਿਆ, ਉਸ ਨੂੰ ਵਸਾਇਆ। ਉਸ ਦਾ ਨਾਮ ਰੱਖਿਆ ਚੱਕ ਨਾਨਕੀ, ਆਪਣੇ ਮਾਤਾ ਜੀ ਦੇ ਨਾਮ ਤੇ। ਤੇ ਜਿੱਦਣ ਬਾਲ ਗੋਬਿੰਦ ਰਾਏ ਪਹਿਲੇ ਦਿਨ ਆਣ ਕਰਕੇ ਆਪਣੇ ਪਿਤਾ ਦੀ ਚਿੱਠੀ ਦੇ ਅਨੁਸਾਰ ਆਏ ਨੇ ਨਾ, ਇਸ ਧਰਤੀ ਤੇ ਆਣ ਕਰਕੇ ਨਮਸਕਾਰ ਕੀਤੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਹੁਣ ਤਾਂ ਸੋਝੀ ਵੀ ਆ ਗਈ ਹੈ, 5 ਸਾਲ ਹੋ ਗਏ ਨੇ, ਬੱਚਾ ਬਹੁਤ ਵੱਡੇ ਹੋ ਗਏ ਨੇ। ਸੋਝੀ ਤਾਂ ਬਚਪਨ ਤੋਂ ਹੀ ਬੜੀ ਸੀ, ਕਿਉਂਕਿ ਜੋਤ ਉਧਰੋਂ ਬਣੀ ਹੋਈ ਸੀ। ਤੇ ਕਹਿੰਦੇ ਨੇ ਨਮਸਕਾਰ ਕਰਕੇ ਆਪਣੀ ਮਾਤਾ ਨੂੰ ਕੀ ਕਿਹਾ, ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਕਈਆਂ ਦੇ ਕਹਿਣ ਅਨੁਸਾਰ ਉਸੇ ਦਿਨ ਤੋਂ ਉਸ ਧਰਤੀ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ ਗਿਆ। ਰਾਮਕਲੀ ਰਾਗ ਹੈ, ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਲੜੀਵਾਰ ਕਥਾ ਦੇ ਵਿੱਚ ਆਪਾਂ ਸੁਣ ਰਹੇ ਹਾਂ। ਆਓ ਅਗਲੀ ਵਿਚਾਰ ਸਰਵਣ ਕਰਦੇ ਹਾਂ ਜੀ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਦੇਖੋ ਗੱਲ ਫੇਰ ਉੱਥੇ ਆ ਗਈ ਹੈ। ਇਹ ਮਨ ਪਿਆਰਿਆ, ਆਪਣੇ ਮਨ ਨੂੰ ਸਮਝਾਈਏ ਅਸੀਂ। ਪਿਆਰਾ ਕਿਹਾ ਹੈ, ਪਿਆਰ ਦੇ ਨਾਲ ਹੀ ਤੂੰ ਸਮਝ ਜਾ। ਤੂੰ ਸਦਾ ਸੱਚ ਸੰਭਾਲੇ, ਸੰਭਾਲੇ ਕਹਿੰਦੇ ਨੇ ਸੰਭਾਲ ਕਰਕੇ ਰੱਖ, ਵਸਾ ਲੈ ਆਪਣੇ ਮਨ ਦੇ ਵਿੱਚ ਕੀ ਸੱਚ ਨੂੰ। ਇਸ ਘਰ ਦੇ ਅੰਦਰ, ਗੁਰੂ ਨਾਨਕ ਦੇ ਘਰ ਦੇ ਅੰਦਰ ਗੱਲ ਹੀ ਸੱਚ ਤੋਂ ਸ਼ੁਰੂ ਹੁੰਦੀ ਹੈ। ਇੱਕ ਓੰਕਾਰ ਉਹ ਪਰਮੇਸ਼ਰ ਦਾ ਨਾਮ ਹੈ। ਤੇ ਜਦੋਂ ਅਗਲੀ ਗੱਲ ਸ਼ੁਰੂ ਹੁੰਦੀ ਹੈ ਨਾ, ਸਤਨਾਮ, ਸਤ ਕਹਿੰਦੇ ਨੇ ਸੱਚ ਨੂੰ। ਜੇ ਇਹ ਵੀ ਨਹੀਂ ਸੁਣਨਾ, ਅੱਗੇ ਸੁਣ ਲਈਏ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕਹਿੰਦੇ ਸੱਚ ਨਾਲ ਜੁੜੇਗਾ ਤਾਂ ਕੁਝ ਬਣੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨ ਮੇਰੇ ਆ, ਤੂੰ ਸਦਾ ਸੱਚ ਸੰਭਾਲਿਆ, ਤੂੰ ਸਦਾ ਸੱਚ ਨੂੰ ਸੰਭਾਲ ਕਰਕੇ ਆਪਣੇ ਮਨ ਦੇ ਅੰਦਰ ਵਸਾ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ। ਅਰੇ ਬਾਈ ਗੋਬਿੰਦ ਨਾਮ ਮਤ ਵਿਸਰੈ, ਉਹ ਸ਼ਬਦ ਪੂਰਾ ਪੜ੍ਹ ਲਿਓ ਜਾ ਕਰਕੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਕਹਿੰਦੇ ਜੇ ਤੂੰ ਕੁਟੰਬ ਦੇ ਨਾਲ, ਪਰਿਵਾਰ ਦੇ ਨਾਲ ਜੁੜਿਆ ਰਿਹਾ ਨਾ, ਉਸ ਸ਼ਬਦ ਦੇ ਵਿੱਚ ਭਗਤ ਲੋਚਨ ਜੀ ਨੇ ਵਚਨ ਕੀਤਾ ਵੀ ਕਿਹੋ ਜੀਆਂ ਤੈਨੂੰ ਜੂਨੀਆਂ ਪ੍ਰਾਪਤ ਹੋਣਗੀਆਂ। ਇਹ ਕੁਟੰਬ ਜਿਹੜਾ ਤੂੰ ਦੇਖਦਾ ਹੈ, ਪਰਿਵਾਰ ਦੇਖਦਾ ਹੈ ਨਾ, ਇਹ ਤੇਰੇ ਨਾਲ ਚੱਲਣ ਵਾਲਾ ਨਹੀਂ। ਕੱਲਿਆਂ ਆਇਆ, ਕੱਲੇ ਜਾਣਾ ਹੈ। ਤੇ ਕਈ ਵਾਰੀ ਆਪਾਂ ਸੁਣਦੇ ਵੀ ਆ ਨਾ ਵਚਨ ਵੀ ਇਕੱਲੇ ਆਏ ਸੀ, ਖਾਲੀ ਹੱਥ ਆਏ, ਖਾਲੀ ਹੱਥ ਜਾਣਾ ਹੈ। ਇੱਥੋਂ ਖਾਲੀ ਹੱਥ ਕੋਈ ਨਹੀਂ ਜਾਂਦਾ। ਇਹ ਤਾਂ ਦੁਨੀਆ ਨੂੰ ਦਿਖਾਉਣ ਦੇ ਲਈ ਕੋਈ ਡੈੱਡ ਬੋਡੀ ਲਈ ਜਾ ਰਿਹਾ ਤੇ ਉਹਦੇ ਹੱਥ ਅੱਗੇ ਕਰ ਦਿੱਤੇ ਵੀ ਖਾਲੀ ਹੱਥ ਜਾ ਰਿਹਾ। ਦੁਨੀ ਚੰਦ ਨੇ ਕਹਿਤਾ ਸੀ ਮੇਰੇ ਹੱਥ ਬਾਹਰ ਨੂੰ ਲਮਕਾ ਦਿਓ, ਖਾਲੀ ਹੱਥ ਜਾ ਰਿਹਾ। ਨੇ ਖਾਲੀ ਹੱਥ ਨਹੀਂ ਜਾਂਦਾ, ਖਾਲੀ ਹੱਥ ਨਹੀਂ ਜਾਵੇਗਾ। ਕਿਉਂ? ਆਪਾਂ ਵਚਨ ਪੜ੍ਹ ਕੇ ਹਟੇ ਆ। ਆਗੇ ਕੋ ਕੁਛ ਤੁਲਹਾ ਬੰਦ ਹੋ ਕੇ ਪਰਿਭਾਸ਼ਾ ਧਨ ਕਾ, ਅੱਗੇ ਨੂੰ ਕੁਛ ਬੰਨਣਾ ਪੈਣਾ ਨਾ, ਉਹ ਕਿੱਦਾਂ ਨਾਲ ਲਿਜਾਵਾਂਗੇ? ਇਨਸਾਨ ਆਪਣੇ ਗੁਣਾਂ ਨੂੰ ਨਾਲ ਲਿਜਾਂਦਾ ਹੈ। ਇਨਸਾਨ ਉਸ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਨਾਲ ਲਿਜਾਂਦਾ ਹੈ। ਅੱਗੇ ਧਰਮਰਾਜੇ ਨੇ ਲੇਖਾ ਕਰਨਾ ਹੈ ਨਾ, ਲੇਖੇ ਵਿੱਚ ਆ ਗਿਆ ਨਾਮ, ਤੇ ਧਰਮਰਾਜਾ ਵੀ ਡਰਦਾ ਪਿੱਛੇ ਹੋ ਜਾਵੇਗਾ। ਨਾਮੀ ਇਨਸਾਨ ਨੂੰ ਰਸਤਾ ਦੇ ਦਿੰਦੇ ਨੇ ਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਟੁੰਬ ਪਰਿਵਾਰ ਜਿਹੜਾ ਹੈ ਨਾ, ਇਹ ਤੇਰੇ ਨਾਲ ਨਹੀਂ ਜਾਵੇਗਾ। ਨਾਲ ਜਾਣ ਵਾਲਾ ਉਸ ਪਰਮੇਸ਼ਰ ਦਾ ਨਾਮ ਹੈ ਜੀ। ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਉਹ ਤੇਰੇ ਸਾਥ ਨਹੀਂ ਜਾਵੇਗਾ। ਜਿਹੜਾ ਤੇਰੇ ਸੰਗ ਹੀ ਨਹੀਂ ਜਾਣ ਵਾਲਾ, ਜਿਹੜਾ ਤੇਰਾ ਸਾਥੀ ਨਹੀਂ, ਉਹਦੇ ਨਾਲ ਚਿੱਤ ਕਿਉਂ ਜੋੜ ਬੈਠਾ? ਆਪਣੇ ਮਨ ਨੂੰ ਕਿਉਂ ਜੋੜ ਬੈਠਾ? ਬਿਰਤੀ ਕਿਉਂ ਉਧਰ ਜੋੜੀ ਹੋਈ ਹੈ? ਉਹਦੇ ਨਾਲ ਨਾ ਚਿੱਤ ਲਾ। ਜਿਹੜਾ ਤੇਰੇ ਨਾਲ ਚੱਲਣ ਵਾਲਾ ਹੈ, ਉਸ ਨੂੰ ਆਪਣੇ ਮਨ ਦੇ ਅੰਦਰ ਵਸਾਉਣਾ ਕਰ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਬਜ਼ੁਰਗ ਹੋ ਗਿਆ ਤੇ ਫਿਰ ਪਛਤਾਉਣਾ ਪਵੇਗਾ। ਬੜੇ ਝੂਠ ਬੋਲੇ, ਬੜੀਆਂ ਠੱਗੀਆਂ ਮਾਰੀਆਂ ਲੋਕਾਂ ਦੇ ਨਾਲ, ਮੰਜੇ ਤੇ ਪਲੰਘ ਤੇ ਪਿਆ ਇਨਸਾਨ।
ਕਹਿੰਦੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸਾ ਕੰਮ ਮੂਲੇ, ਮੂਲੇ ਕਹਿੰਦੇ ਨੇ ਜੜ ਨੂੰ, ਜੜ ਹੁੰਦੀ ਹੈ ਪੱਕੀ, ਕਹਿੰਦੇ ਪੱਕਾ ਰਹਿ ਇਹੋ ਜਿਹਾ ਕੰਮ ਜ਼ਿੰਦਗੀ ਦੇ ਵਿੱਚ ਨਾ ਕਰ ਪਿਆਰਿਆ ਜਿਹੜਾ ਤੇਰੇ ਨਾਲ ਅੰਤ ਦੇ ਸਮੇਂ ਤੈਨੂੰ ਪਛਤਾਉਣਾ ਪੈ ਜਾਵੇ, ਨਾਲ ਜਾਣਾ ਨਹੀਂ ਫਿਰ ਪਛਤਾਉਣਾ ਪੈਣਾ। ਧਨ ਬੜਾ ਇਕੱਠਾ ਕਰ ਲਿਆ ਤਾਂ ਗਿਆ ਹੀ ਨਹੀਂ ਨਾਲ, ਧੀਆਂ ਪੁੱਤਰਾਂ ਦੇ ਨਾਲ ਪਿਆਰ ਪਾਇਆ ਸੀ, ਇਹ ਵੀ ਨਾਲ ਨਹੀਂ ਗਏ। ਅੱਜ ਤਾਂ ਕਹਿ ਦਿੰਦੇ ਮੇਰਾ ਧੀ ਬਿਮਾਰ ਹੈ, ਮੇਰੀ ਪੁੱਤਰ ਮੇਰਾ ਬਿਮਾਰ ਹੈ, ਮੈਂ ਗੁਰਦੁਆਰੇ ਨਹੀਂ ਜਾ ਸਕਿਆ, ਪਰ ਇਹ ਨਾਲ ਨਹੀਂ ਜਾਣੇ। ਠੀਕ ਹੈ, ਸਾਡਾ ਫਰਜ਼ ਹੈ ਉਹਨਾਂ ਨੂੰ ਸੰਭਾਲਣਾ, ਪਰ ਜਿਹੜਾ ਅਸਲੀ ਫਰਜ਼ ਹੈ ਉਸ ਨੂੰ ਵੀ ਵਿਸਾਰਨਾ ਨਹੀਂ ਹੈ, ਇਹ ਵੀ ਅਸਲੀ ਫਰਜ਼ ਹੈ ਸਾਡਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਂਜੀ ਫਰਮਾਉਂਦੇ ਹਨ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿੰਦੇ ਗੁਰੂ ਦਾ, ਸੱਚੇ ਗੁਰੂ ਦਾ ਉਪਦੇਸ਼ ਸੁਣ ਜਿਹੜਾ ਤੇਰੇ ਨਾਲ ਜਾਵੇਗਾ। ਆਪਾਂ ਕਹਿੰਦੇ ਨਾ, ਕਹਿੰਦੇ ਸੀ ਉਹ ਵੀ ਕੁਝ ਨਹੀਂ ਨਾਲ ਜਾਂਦਾ, ਖਾਲੀ ਹੱਥ ਜਾਂਦਾ ਇਨਸਾਨ। ਮਹਾਰਾਜ ਜੀ ਕਹਿੰਦੇ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਗੁਰੂ ਦਾ ਉਪਦੇਸ਼ ਤੇਰੇ ਨਾਲ ਹੋਵੇਗਾ। ਤੂੰ ਸੁਣ ਕੇ ਤਾਂ ਦੇਖ, ਉਸ ਨੂੰ ਮਨ ਵਿੱਚ ਵਸਾ ਕਰਕੇ ਦੇਖ। ਦੇਖ ਧਰਮ ਰਾਜਾ ਕਿਵੇਂ ਆਪਣੇ ਦਰਬਾਰ ਦੇ ਵਿੱਚ ਉੱਠ ਕਰਕੇ ਤੇਰਾ ਸਵਾਗਤ ਕਰਦਾ ਵੀ ਤੁਸੀਂ ਅੱਗੇ ਜਾਓ। ਪਾਤਸ਼ਾਹ ਜੀ ਦਾ ਉਪਦੇਸ਼ ਤੇਰੇ ਨਾਲ ਜਾਣ ਵਾਲਾ ਹੈ ਜੀ। ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮੇਰੇ ਮਨ ਪਿਆਰਿਆ ਤੂੰ ਸਦਾ ਸੱਚ ਨੂੰ ਸੰਭਾਲ ਕਰਕੇ ਰੱਖ। ਸੱਚ ਹੈ ਨਾਮ ਉਸ ਪਰਮੇਸ਼ਰ ਦਾ, ਸੱਚ ਹੈ। ਦੇਖੋ ਮੈਂ ਕਹਿ ਰਿਹਾ ਸੀ ਨਾ ਵੀ ਸਕੂਲਾਂ ਦੇ ਵਿੱਚ ਜਾਣ ਦਾ ਸਮਾਂ ਮਿਲਿਆ, ਮੈਂ ਇੱਕ ਸਵਾਲ ਕਰ ਦਿੱਤਾ ਬੱਚਿਆਂ ਨੂੰ ਵੀ ਇੱਕ ਸਵਾਲ ਹੈ ਸਾਰਿਆਂ ਤੋਂ ਹੀ। ਜਦੋਂ ਤੁਸੀਂ ਬਚਪਨ ਦੇ ਵਿੱਚ ਹੁੰਦੇ ਹੋ, ਤੁਹਾਡੇ ਮਾਂ ਜਾਂ ਬਾਪ ਤੁਹਾਨੂੰ ਘਰਾਂ ਦੇ ਵਿੱਚੋਂ ਪੜ੍ਹਾਉਂਦੇ ਨੇ ਉਹ ਸਵਾਲ, ਸਕੂਲ ਦੇ ਵਿੱਚ ਆਏ ਤਾਂ ਤੁਹਾਡੇ ਟੀਚਰ, ਤੁਹਾਡੇ ਅਧਿਆਪਕ ਪੜ੍ਹਾਉਂਦੇ ਨੇ, ਕਾਲਜ ਵਿੱਚ ਗਏ ਫਿਰ ਤੁਹਾਡੇ ਪ੍ਰੋਫੈਸਰ ਪੜ੍ਹਾਉਂਦੇ ਨੇ, ਜਦੋਂ ਤੁਸੀਂ ਕੰਮ ਤੇ ਲੱਗੇ ਤੁਹਾਡੇ ਬੌਸ ਜਿਹੜੇ ਆਗੂ ਨੇ ਉਹ ਪੜ੍ਹਾਉਂਦੇ ਨੇ। ਉਹ ਕਿਹੜਾ ਸ਼ਲੋਕ ਹੈ ਜਾਂ ਕਿਹੜਾ ਪਾਠ ਹੈ ਵੀ ਜਿਹੜਾ ਤੁਹਾਨੂੰ ਸਾਰੀ ਜਗ੍ਹਾ ਪੜ੍ਹਾਇਆ ਜਾਂਦਾ, ਸਾਰੀ ਜ਼ਿੰਦਗੀ ਪੜ੍ਹਾਇਆ ਜਾਂਦਾ, ਤੁਸੀਂ ਵੀ ਕਿਸੇ ਟਾਈਮ ਪੜ੍ਹਾਉਂਦੇ ਹੋ? ਤੇ ਕਈ ਬਿਰਲੇ ਬੱਚੇ ਹੋਏ ਜਿਨ੍ਹਾਂ ਨੇ ਜਵਾਬ ਦਿੱਤਾ। ਤੇ ਗੁਰੂ ਪਿਆਰਿਓ ਉਹ ਜਵਾਬ ਹੈ ਸੱਚ। ਮਾਂ-ਬਾਪ ਕਹਿੰਦੇ ਸੱਚ ਬੋਲ, ਟੀਚਰ ਕਹਿੰਦੇ ਸੱਚ ਬੋਲ, ਪ੍ਰੋਫੈਸਰ ਕਹਿੰਦੇ ਸੱਚ ਬੋਲ, ਕੰਮ ਤੇ ਲੱਗਾ ਕਹਿੰਦੇ ਸੱਚ ਬੋਲ, ਗੁਰੂ ਕਹਿੰਦਾ ਤੇਰਾ ਸੱਚ ਬੋਲ। ਤੂੰ ਸੱਚ ਫੇਰ ਨਹੀਂ ਬੋਲਦਾ, ਤੂੰ ਝੂਠ ਬੋਲੀ ਜਾਣਾ ਹੈ। ਸੱਚ ਦੇ ਨਾਲ, ਨਾਮ ਦੇ ਨਾਲ ਜੁੜ ਕਰਕੇ ਤੂੰ ਤਰ ਜਾਵੇਂਗਾ ਜੀ। ਅਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ। ਇਹ ਅਕਾਲ ਪੁਰਖ ਪ੍ਰਮਾਤਮਾ ਤੂੰ ਸਾਡੀ ਗਮਤਾ ਤੋਂ ਪਰੇ ਹੈ, ਗੋਚਰ ਹੈ, ਇਹਨਾਂ ਨੇਤਰਾਂ ਦੇ ਨਾਲ ਵੀ ਤੱਕਿਆ ਨਹੀਂ ਜਾ ਸਕਦਾ। ਪਰਮਾਤਮਾ ਦੀ ਗੱਲ ਕਰਦੇ ਨੇ ਮੇਰੇ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਜਿਹੜਾ ਹੈ ਨਾ ਉਹ ਸਾਡੇ ਤੋਂ ਪਾਇਆ ਨਹੀਂ ਜਾ ਸਕਦਾ ਜੀ। ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ। ਕਿਸੇ ਇਨਸਾਨ ਦੀ ਤਾਂ ਗਿਣਤੀ ਕਰ ਸਕਦੇ ਨਾ ਕਿ ਐਡਾ ਕੁ ਹੋਵੇਗਾ, ਇੰਨਾ ਕੁ ਉਹਦੇ ਕੋਲ ਧਨ ਪਦਾਰਥ ਹੋਵੇਗਾ। ਪਾਤਸ਼ਾਹ ਜੀ ਕਹਿੰਦੇ ਅੰਤੋਂ ਨਾ ਪਾਇਆ ਕਿਨੇ ਤੇਰਾ, ਤੇਰਾ ਅੰਤ ਪਰਮੇਸ਼ਰ ਇਹ ਅਕਾਲ ਪੁਰਖ ਪਰਮਾਤਮਾ ਕਿਸੇ ਨੇ ਨਹੀਂ ਪਾਇਆ, ਆਪਣਾ ਆਪ ਤੂੰ ਜਾਣ ਹੈ, ਤੂੰ ਹੀ ਆਪਣੇ ਬਾਰੇ ਆਪ ਹੀ ਜਾਣਦਾ ਹੈ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ। ਇਹ ਜੀਵ ਜੰਤ ਦਾ ਤੇਰਾ ਇੱਕ ਖੇਲ ਹੈ ਸਤਿਗੁਰੂ ਸੱਚੇ ਪਾਤਸ਼ਾਹ, ਤੂੰ ਖਿਡੌਣਿਆਂ ਦੇ ਵਾਂਗੂ ਸਾਰਿਆਂ ਨੂੰ ਖਿਲਾਈ ਜਾਣਾ ਹੈ। ਕੀ ਕੋਈ ਆਪਣੇ ਮੁਖ ਦੇ ਵਿੱਚੋਂ ਉਚਾਰਨ ਕਰਕੇ ਵਿਖਿਆਨ ਇਸ ਦਾ ਕਰ ਸਕਦਾ ਹੈ ਜੀ? ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੀ ਉਪਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਵੀ ਨੇ, ਤੇਰੇ ਵੱਲ ਤੱਕਦੇ ਵੀ ਨੇ। ਇਹ ਲੋਕ ਆਖਦੇ ਨੇ ਤੂੰ ਵੇਖਦਾ ਹੈ ਉਹਨਾਂ ਦੇ ਵੱਲ। ਜਿਨ ਜਗਤ ਉਪਾਇਆ ਉਹੀ ਪਰਮੇਸ਼ਰ ਹੈ, ਉਹ ਆਪਣੇ ਵੱਲੋਂ ਹੁਕਮ ਵੀ ਕਰ ਦਿੰਦਾ ਤੇ ਵੇਖਦਾ ਵੀ ਹੈ ਸੰਸਾਰ ਵੱਲ ਨੂੰ, ਜਿਹਨੇ ਇਹ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਪਰਮੇਸ਼ਰ ਤੂੰ ਸਾਡੀ ਪਹੁੰਚ ਤੋਂ ਪਰੇ ਹੈ, ਪਹੁੰਚਿਆ ਜਾ ਸਕਦਾ ਤੇ ਗੁਰੂ ਦੇ ਸ਼ਬਦ ਦੁਆਰਾ ਗੁਰੂ ਬਖਸ਼ਿਸ਼ ਕਰ ਦੇਣ। ਮਹਾਰਾਜ ਜੀ ਤੇਰਾ ਅੰਤ ਕਿਸੇ ਨੇ ਪਾਇਆ ਨਹੀਂ। ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਸਮਾਪਤੀ ਕਰਦਾ ਹਾਂ। ਸਭ ਤੋਂ ਪਹਿਲਾਂ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਹਾਂ। ਮੇਰੇ ਜਿਹੇ ਨਿਮਾਣੇ ਨੂੰ ਇਹੋ ਜਿਹੇ ਸਥਾਨ ਤੇ ਬਿਠਾ ਦਿੱਤਾ, ਪਾਪਾਂ ਦੇ ਭਰੇ ਨੂੰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਹਾਂ।
ਸਾਡੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ, ਉਹਨਾਂ ਨੇ ਅੱਜ ਹਾਜ਼ਰੀ ਭਰਨੀ ਸੀ, ਉਹਨਾਂ ਦੀ ਜਗ੍ਹਾ ਮੈਂ ਭਰ ਰਿਹਾ ਹਾਂ, ਮੈਨੂੰ ਆਪਣੀ ਹਾਜ਼ਰੀ ਦਿੱਤੀ ਹੈ ਉਹਨਾਂ ਨੇ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਧੰਨਵਾਦ ਹੈ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਦਾ, ਇਹਨਾਂ ਨੇ ਵੀ ਪਿਆਰ ਦਿੱਤਾ, ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ। ਸੋ ਸਾਰਿਆਂ ਤੋਂ ਜ਼ਿਆਦਾ ਧੰਨਵਾਦ ਆਪ ਸਿੱਖ ਸੰਗਤਾਂ ਦਾ, ਜਿਨ੍ਹਾਂ ਨੇ ਦਾਸ ਨਿਮਾਣੇ ਜੀ ਨੂੰ ਸੁਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਸਾਂ ਦਿਓ ਗੁਰੂ ਪਿਆਰਿਓ, ਦੇਹੋ ਸਤਿਗੁਰ ਸੰਬਤ ਸਾਹਾ ਲਿਖਿਆ, ਮਿਲਗਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਭ ਸੋ ਮੇਲ, ਮੇਰਾ ਵੀ ਕਿਤੇ ਮੇਲ ਗੁਰੂ ਦੇ ਨਾਲ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਆਪਣੀ ਅਰਦਾਸ ਕਰਿਆ ਕਰੋ, ਲੇਖਿਆ ਕਿਤੇ ਨੇ ਛੁੱਟੀ ਹੈ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਦੇ ਹਾਂ ਜੀ। ਆਖੇ ਤਾ ਵੇਖੇ ਸਭ ਤੂੰ ਹੈ, ਜਿਨ ਜਗਤੀ ਉਪਾਇਆ। ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ,